अच्छा बेटा आप कैले हैमिल्टन थ्योरम का प्रूफ कर लगे अज। ठीक है, काफ़ी इंपॉर्टेंट थ्योरम आ कैले हैमिल्टन थ्योरम। अज थ्योरमा ही करांगे आप। स्टेटमेंट यदि सीधी जी आ उत्थे रह जाए पता की होंगे, कई बार वो लिख देंगे स्टेट एंड प्रूव। जो स्टेट एंड प्रूव आ गया ना, ये समझो कि स्टेटमेंट भी तुसी देनी है तो प्रूफ भी तुसी करना। तो जे स्टेटमेंट च थोड़ी जी भी गलती हुई ना, 1% भी, एक अखर की भी, जे मान लो इत्थे वो लिखते हैं एवरी स्केयर मैट्रिक्स satisfies its characteristic equation, then ਇਹਦਾ proof। ਹੁਣ ਜੇ ਇੱਥੇ ਪੇਪਰ 'ਚ ਕਿਸੇ ਸਟੂਡੈਂਟ ਨੇ ਸਕੇਅਰ ਨਾ ਲਿਖਿਆ ਐਵਰੀ ਮੈਟ੍ਰਿਕਸ ਸੈਟੀਸਫਾਈਜ਼ ਇਸ ਕਰੈਕਟਰਿਸਟਿਕ ਇਕੁਏਸ਼ਨ, ਇਹਦਾ ਮਤਲਬ ਉਹਦਾ ਪੰਗਾ ਪੈ ਗਿਆ। ਨਾ ਤਾਂ ਉਹਦੋਂ ਸਟੇਟਮੈਂਟ ਦੇ ਨੰਬਰ ਮਿਲਣੇ ਆ, ਨਾ ਉਹਨੂੰ ਪ੍ਰੂਫ ਦੇ ਨੰਬਰ ਮਿਲਣੇ ਆ। ਇਹ ਯਾਦ ਰੱਖਿਓ। ਹੁਣ ਤੁਸੀਂ ਕਹੋਗੇ ਪ੍ਰੂਫ ਦੇ ਨੰਬਰ ਕਿਉਂ ਨਹੀਂ ਮਿਲਣੇ? ਰਾਜੇ ਮੇਰੀ ਗੱਲ ਸੁਣੋ, ਜੇ ਮੰਨ ਲਓ ਕੋਈ ਆਮ ਬੰਦਾ ਕੱਲ੍ਹ ਨੂੰ ਉੱਠ ਕੇ ਕਵੇ ਵੀ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ, ਅਤੇ ਬਾਅਦ 'ਚ ਉਹ 1 ਸਾਲ ਉਸ ਚੀਜ਼ ਨੂੰ ਪ੍ਰੂਵ ਕਰਨ 'ਤੇ ਲੱਗਿਆ ਰਹਿੰਦਾ, ਤਾਂ ਤੁਸੀਂ ਉਹਦਾ ਪ੍ਰੂਫ ਚੈੱਕ ਕਰੋਗੇ? ਤੁਹਾਨੂੰ ਪਤਾ ਨਾ ਪ੍ਰਧਾਨ ਮੰਤਰੀ ਉਹ ਨਹੀਂ ਗਾ। ਗਲਤ ਸਟੇਟਮੈਂਟ ਬੋਲ ਕੇ ਜੇ ਤੁਸੀਂ ਉਹਦਾ ਪ੍ਰੂਫ ਕਰੀ ਜਾਂਦੇ ਹੋ ਤਾਂ ਓਬਵੀਅਸ ਜੀ ਗੱਲ ਆ, ਉਹ ਪ੍ਰੂਫ ਨੂੰ ਕੋਈ ਚੈੱਕ ਨਹੀਂ ਕਰਦਾ। ਸੋ ਗਲਤ ਸਟੇਟਮੈਂਟ ਲਿਖੋਗੇ ਤਾਂ ਪ੍ਰੂਫ ਦੇ ਵੀ ਨੰਬਰ ਕੱਟੇ ਜਾਣਗੇ। ਅਲਟੀਮੇਟਲੀ ਜਦੋਂ ਸਟੇਟ ਐਂਡ ਪ੍ਰੂਫ ਥਿਊਰਮਾਂ ਆਉਂਦੀਆਂ ਉਹ ਲਿਖ ਦਿੰਦੇ ਆ ਸਟੇਟ ਐਂਡ ਪ੍ਰੂਫ। ਦੈਟ ਮੀਨਸ ਪਹਿਲਾਂ ਤੁਸੀਂ ਆਪ ਹੀ ਸਟੇਟਮੈਂਟ ਦੇਣੀ ਆ, ਫਿਰ ਆਪ ਹੀ ਪ੍ਰੂਫ ਕਰਨਾ। ਜੇ ਤੁਹਾਡੀ ਸਟੇਟਮੈਂਟ ਗਲਤ ਹੋਈ ਦੈਟ ਮੀਨਸ ਤੁਹਾਡਾ ਕੁਐਸਚਨ ਉਹ ਚੈੱਕ ਨਹੀਂ ਕੀਤਾ ਜਾਊਗਾ। ਇਹ ਯਾਦ ਰੱਖਿਓ, ਸਟੇਟ ਐਂਡ ਪ੍ਰੂਫ, ਚਾਹੇ ਤੁਸੀਂ BSc 1 ਚੋਂ, ਚਾਹੇ BSc ਫਾਈਨਲ ਚੋਂ, ਚਾਹੇ ਕਿਤੇ ਵੀ ਹੋ, ਇਹ ਚੀਜ਼ ਯਾਦ ਰੱਖਿਓ। ਸਭ ਤੋਂ ਪਹਿਲਾਂ ਮੰਨ ਲਓ ਲੈਟ A be any n cross n square matrix। ठीक है, स्केयर मैट्रिक्स मान ली, एंड यदि करैक्टरिस्टिक पॉलीनोमियल इट्स करैक्टरिस्टिक इक्वेशन बी P0 P1 लैम्डा P2 लैम्डा स्केयर अप टू सो ऑन Pn लैम्डा n इज इक्वल टू 0। जदों लिखता इक्वेशन तो यह मतलब दूजे पासे 0 पानी है। तुसीं प्रूव की करना कि लैम्डा की जगह तो A भर सकते हैं, P0 कला कॉन्सटेंट है, ये I लाना पैना, P1 A P2 A स्केयर अप टू सो ऑन चलते गए Pn A दी n इज इक्वल टू नल मैट्रिक्स। ये चीज़ आप प्रूव करनी है भी ये ट्रू होंगी है, मतलब लैम्डा की जगह A रख दिए तो सैटिस्फाई करूगा। ठीक है जी। हुण एक चीज़ देखो, तुहानूं पता ये रफ काम आ, A एडजॉइंट ऑफ A, ਜਾਂ ਸਿੱਧੀ ਜੀ ਗੱਲ करो मेरे नाल, A इनवर्स किहदे बराबर हुंदा? 1/A डिटरमीनेंट एडजॉइंट ऑफ A ਇਹਦੇ बराबर आऊगा ना। जे मैं A ਨੂੰ प्रोडक्ट करा दोवें पासे, ये बॉक्स वाला काम विच भावें ऐड ना करियो, A ਨੂੰ प्रोडक्ट करा तो की बनूगा? आइडेंटिटी बन जूगा ना। इधर A नाल A इनवर्स कैंसल हो जूगा, दूजे पासे A एडजॉइंट ऑफ A आ जूगा, नीचे डिटरमीनेंट आ। अगले स्टैप च डिटरमीनेंट आ जिहड़ा इधर ले आओ, दूजे पासे की बन गया A एडजॉइंट ऑफ A, जानी कि A नूं एडजॉइंट ऑफ A नाल प्रोडक्ट करिए तो A मैट्रिक्स बन जाती है। सो ये मैं रफ काम किया सी, इहनूं विच ऐड करन दी लोड़ नहीं। हुण इस चीज़ नूं आपां वरतना अगले स्टैप च। तुसीं जिहड़ा प्रूफ आ बुक तो करोगे, बुक ते मेरे नालों ज़्यादा सोहना लिखिया होया। ठीक है, मैं विच स्टैप छड्डूंगा पर बुक वाला नहीं छड्ड रहा। ਇਹਦਾ ਮਤਲਬ ਹੁਣ ਇਹ ਸਟੈਪ ਨੂੰ ਵਰਤਦੇ ਹੋਏ ਸਿੱਧਾ ਹੀ ਇਹਨੇ ਲਿਖਤਾ ਵੀ ਨੋ ਦੈਟ A ਮਾਈਨਸ ਲੈਮਡਾ I ਹੈ ਤਾਂ ਇੱਕ ਮੈਟ੍ਰਿਕਸ ਹੀ ਹੈ ਨਾ। ਇਹ A ਐਡਜੁਆਇੰਟ ਆਫ A ਮਾਈਨਸ ਲੈਮਡਾ I
ਕਿਹਦੇ ਬਰਾਬਰ ਹੋਊਗਾ a ਮਾਈਨਸ ਲੈਮਡਾ ਆਈ ਦਾ ਡਿਟਰਮੀਨੈਂਟ ਆ ਜਿਹੜਾ ਉਹ ਆਈ ਨਾਲ ਪ੍ਰੋਡਕਟ ਹੋ ਜਾਊਗਾ। ਸਾਈਡ ਤੇ ਇਹਨੇ ਰੀਜ਼ਨ ਪਾ ਕੇ ਲਿਖਿਆ a ਐਡ ਜੁਆਇੰਟ ਆਫ a ਕਿਹਦੇ ਬਰਾਬਰ ਹੁੰਦਾ ਡਿਟਰਮੀਨੈਂਟ ਆਫ a ਤੇ ਆਈ ਨਾਲ ਪ੍ਰੋਡਕਟ। ਮਤਲਬ ਇਹ ਕਹਿੰਦਾ a ਦੀ ਜਗ੍ਹਾ ਤੇ ਮੈਂ a ਮਾਈਨਸ ਲੈਮਡਾ ਆਈ ਲਿਖਤਾ, ਕੋਈ ਫਰਕ ਨਹੀਂ, ਫਿਰ ਲਿਖ ਸਕਦਾ ਹੈ। ਠੀਕ ਹੈ ਜੀ। ਅੱਛਾ ਹੁਣ ਪ੍ਰੋਬਲਮ ਇਹ ਆਉਂਦੀ ਆ ਵੀ ਐਡ ਜੁਆਇੰਟ ਆਫ a ਕੀ ਆ, ਐਡ ਜੁਆਇੰਟ ਆਫ a ਮਾਈਨਸ ਲੈਮਡਾ ਆਈ। ਇਹ ਕਹਿੰਦਾ ਇਹ ਮੈਂ ਮੰਨ ਲਓ ਲੈਟ ਇਹ ਮੰਨ ਲਓ b0 b1 ਲੈਮਡਾ b2 ਲੈਮਡਾ ਸਕੇਅਰ ਅਪ ਟੂ ਸੋ ਔਨ bn ਮਾਈਨਸ 1 ਲੈਮਡਾ ਦੀ n ਮਾਈਨਸ 1 ਇਹਦੇ ਬਰਾਬਰ ਕਹਿੰਦਾ ਮੰਨ ਲਓ ਇਹ। ਹੁਣ ਐਂ ਕਿਵੇਂ ਮੰਨ ਲਓ, ਪ੍ਰੋਬਲਮ ਤਾਂ ਇਹ ਹੈ ਵੀ ਐਂ ਕਿਵੇਂ ਮੰਨ ਲਓ। ਠੀਕ ਹੈ, ਜਿਹੜੀਆਂ b ਹੈ b ਕੀ ਹੈ, ਤੁਹਾਡੀ ਬੁੱਕ ਵਾਲੇ ਨੇ ਤਾਂ ਲਿਖਿਆ ਨਹੀਂ ਇਹ b ਕੀ ਹੈ, ਪਰ ਆਪਾਂ ਨੂੰ ਤਾਂ ਸੋਚਣਾ ਪੈਣਾ ਵੀ b ਹੈ ਕੀ ਚੀਜ਼। ਠੀਕ ਹੈ, ਸੋ ਇਹਦੇ ਵਾਸਤੇ ਆਪਾਂ ਥੋੜ੍ਹਾ ਜਿਹਾ ਐਕਸਟਰਾ ਕੰਮ ਕਰਦੇ ਹਾਂ। ਆਪਾਂ ਦੇਖਦੇ ਹਾਂ ਵੀ ਐਡ ਜੁਆਇੰਟ ਕਿਸੇ ਮੈਟ੍ਰਿਕਸ ਦਾ ਕਿਹੋ ਜਿਹਾ ਹੋ ਸਕਦਾ। ਠੀਕ ਹੈ, ਸਭ ਤੋਂ ਪਹਿਲਾਂ a ਮੰਨ ਲਓ ਮੈਟ੍ਰਿਕਸ ਹੈ a ਮਾਈਨਸ 1 2 3 4। ਠੀਕ ਹੈ, a ਮਾਈਨਸ ਲੈਮਡਾ ਆਈ ਹੈ ਜਿਹੜੀ ਉਹ ਕੀ ਹੋ ਜੂਗੀ, ਇਹਦੇ ਵੱਲ ਨਾ ਦੇਖੋ, ਇਹ ਤੁਹਾਡੇ ਫਾਈਨਲ ਈਅਰ ਦਾ ਕੰਮ ਆ। ਇਹਦੇ ਵੱਲ ਇਹ ਜਿਹੜਾ ਮੈਂ ਕਰ ਰਿਹਾ ਇਹ ਦੇਖੋ 1 ਮਾਈਨਸ ਲੈਮਡਾ 2 3 4 ਮਾਈਨਸ ਲੈਮਡਾ। ਹੁਣ ਜੇ ਇਹਦਾ ਐਡ ਜੁਆਇੰਟ ਕੱਢਣਾ ਹੋਵੇ ਸੋਚ ਕੇ ਦੱਸੋ ਮੈਨੂੰ ਕੀ ਆਊਗਾ। ਐਡ ਜੁਆਇੰਟ ਆਫ a, ਪਹਿਲਾਂ ਤਾਂ ਕੋ ਫੈਕਟਰ ਨਹੀਂ ਲਿਖਦੇ ਹੁੰਦੇ ਆਪਾਂ, ਪਹਿਲਾਂ ਤਾਂ a11 'ਚ ਕੀ ਆਉਂਦਾ ਹੁੰਦਾ ਇਹਦੇ ਇਹਨੂੰ ਤੇ ਇਹਨੂੰ ਛੱਡ ਦੇਈਦਾ ਇਹਦਾ ਡਿਟਰਮੀਨੈਂਟ, ਪਰ ਇਹਦਾ ਡਿਟਰਮੀਨੈਂਟ ਕੀ ਆਊਗਾ 4 ਮਾਈਨਸ ਲੈਮਡਾ। ਰਾਜੇ ਐਡ ਜੁਆਇੰਟ ਸਾਰਿਆਂ ਨੂੰ ਹੀ ਕੱਢਣਾ ਆਉਂਦਾ ਤੁਹਾਨੂੰ, ਪਲੱਸ 2 'ਚ ਤੁਸੀਂ ਸਿੱਖ ਕੇ ਆਏ ਹੋ। ਫਿਰ ਆ ਗਈ ਵਾਰੀ a22 ਦੀ, ਇਹ ਨਾ a12 ਦੀ, ਇੱਥੇ ਨੈਗੇਟਿਵ ਸਾਈਨ ਮੂਹਰੇ ਲੱਗ ਜੂਗਾ, ਇਹਨੂੰ ਤੇ ਇਹਨੂੰ ਛੱਡ ਦੇਈਦਾ ਇਹ ਆ ਜਾਂਦਾ ਹੁੰਦਾ ਹੈ ਨਾ। ਫਿਰ a21 ਦੀ, ਉਹਦੇ 'ਚ ਇਹਨੂੰ ਤੇ ਇਹਨੂੰ ਛੱਡ ਦਿਓ ਇਹ ਆ ਗਿਆ ਤੇ ਸਾਈਨ ਫੇਰ ਨੈਗੇਟਿਵ। ਫਿਰ a22, ਫਿਰ ਇਹਨੂੰ ਤੇ ਇਹਨੂੰ ਛੱਡ ਦਿਓ ਸਾਈਨ ਪੋਜ਼ੀਟਿਵ 1 ਮਾਈਨਸ ਲੈਮਡਾ। ਇਹ ਸਾਰਿਆਂ ਨੂੰ ਕੱਢਣਾ ਆਉਂਦਾ। ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਟਰਾਂਸਪੋਜ਼ ਹੁੰਦਾ ਉਹ ਹੁੰਦਾ ਆਪਣਾ ਐਡ ਜੁਆਇੰਟ। ਸੋ ਪਹਿਲਾਂ ਤਾਂ ਇਹਨਾਂ ਨੂੰ ਐਂ ਲਿਖ ਲਓ, ਫਿਰ ਇਹਦਾ ਟਰਾਂਸਪੋਜ਼ ਕਰ ਦਿਓ, ਗਲਤ ਕਰ ਲਿਆ, -3 -2 1 ਮਾਈਨਸ ਲੈਮਡਾ। ਲਓ ਜੀ ਆ ਗਿਆ ਤੁਹਾਡਾ ਐਡ ਜੁਆਇੰਟ। ਹੁਣ ਮੇਰੇ ਕੋਲੇ ਸਾਫ ਪੇਜ ਥੋੜ੍ਹੇ ਅੱਜ, ਇੱਥੇ ਕਰਕੇ ਦਿਖਾਉਣਾ ਤੁਹਾਨੂੰ। ਨਹੀਂ ਇਹ ਨਹੀਂ, ਛੱਡੋ ਯਾਰ, ਇੱਕ ਮਿੰਟ ਵੇਟ ਕਰੋ। ਮੰਨ ਲਓ ਇੱਥੇ ਕਰ ਦਿੰਨਾ, ਮੰਨ ਲਓ ਤੁਹਾਡੇ ਕੋਲ ਐਡ ਜੁਆਇੰਟ ਆ ਗਿਆ 4 ਮਾਈਨਸ ਲੈਮਡਾ -2 -3 1 ਮਾਈਨਸ ਲੈਮਡਾ। ਹੁਣ ਇਹਦੇ 'ਚ ਇੱਕ ਕੰਮ ਕਰੋ, ਪਤਾ ਕੀ, ਇੱਕ ਤਾਂ ਉਹ ਮੈਟ੍ਰਿਕਸ ਅੱਡ ਕਰ ਲਓ ਜਿਹਦੇ 'ਚ ਲੈਮਡਾ ਨਾ ਹੋਵੇ। ਦੇਖੋ 4 ਲਿਖ ਲਿਆ, -2 ਲਿਖ ਲਿਆ, -3 ਲਿਖ ਲਿਆ, 1 ਲਿਖ ਲਿਆ, ਜਿਹਦੇ 'ਚ ਕੌਂਸਟੈਂਟ ਤੋਂ ਬਿਨਾਂ ਕੁਛ ਨਾ ਹੋਵੇ। ਤੇ ਇੱਕ ਉਹ ਮੈਟ੍ਰਿਕਸ ਜਿਹਦੇ 'ਚ ਲੈਮਡਾ ਤੋਂ ਬਿਨਾਂ ਕੁਛ ਨਾ ਹੋਵੇ, ਕੀ ਆਊਗਾ ਲੈਮਡਾ 0 0 ਮਾਈਨਸ ਲੈਮਡਾ। ਹੁਣ ਇਹਨਾਂ ਨੂੰ ਜੋੜ ਕੇ ਦੇਖੋ ਸੇਮ ਚੀਜ਼ ਬਣਦੀ ਆ, ਓਬਵੀਅਸਲੀ ਬਣਦੀ ਆ। ਕੀ ਆਊਗਾ ਇਹ ਤਾਂ ਇੱਕ ਮੈਟ੍ਰਿਕਸ ਜੀ ਬਣ ਗਈ। ਇਹਦੇ 'ਚੋਂ ਲੈਮਡਾ ਕਾਮਨ ਕੱਢ ਲਓ, -1 0 0 -1। ਹੁਣ ਜੇ ਇਹ ਮੈਟ੍ਰਿਕਸ ਨੂੰ ਮੈਂ ਨਾਮ ਦੇਵਾਂ b0, ਇਹਨੂੰ ਨਾਮ ਦੇਵਾਂ b1, ਨਾਲ ਕੀ ਪਿਆ ਲੈਮਡਾ, ਯਾਨੀ ਕਿ ਐਡ ਜੁਆਇੰਟ ਆਫ a ਮਾਈਨਸ ਲੈਮਡਾ ਆਈ ਕੀ ਆ ਗਈ b0 b1 ਲੈਮਡਾ। ਦੇਖੋ ਮੈਟ੍ਰਿਕਸ ਕਿੰਨੀ ਸੀ 2 × 2 ਤੇ ਡਿਗਰੀ ਕਿੰਨੀ ਬਣੀ ਫਿਰ 2 -1। ਜੇ ਇਹੀ ਆਪਣੇ ਕੋਲੇ 3 × 3 ਮੈਟ੍ਰਿਕਸ ਹੁੰਦੀ ਤਾਂ ਐਡ ਜੁਆਇੰਟ ਆਫ a ਮਾਈਨਸ ਲੈਮਡਾ ਆਈ ਨੂੰ ਕਿਵੇਂ ਲਿਖਿਆ ਜਾਣਾ ਸੀ। ਪਹਿਲਾਂ ਤਾਂ ਇੱਕ ਚੀਜ਼ ਦੇਖੋ, ਜਿਹੜੀਆਂ ਇਹ b0 ਆ ਕਿੰਨੇ ਆਰਡਰ ਦੀਆਂ ਮੈਟ੍ਰਿਕਸ ਆ, ਇਹ ਸਾਰੀਆਂ ਦੇਖੋ 2 × 2 ਦੀ, ਇਹ ਵੀ 2 × 2 ਦੀ। ਕਿਉਂ? ਕਿਉਂਕਿ ਇਹ 2 × 2 ਦੀ। ਹੁਣ ਇੱਥੇ b0 ਜਿਹੜੀ ਆਉਣੀ ਸੀ ਕਿੰਨੇ ਕਿੰਨੇ ਆਰਡਰ ਦੀ ਆਉਣੀ ਸੀ 3 × 3 ਦੀ। ਫਿਰ ਇੱਥੇ b1 ਆਉਣੀ ਸੀ ਉਹ ਵੀ 3 × 3 ਦੀ ਨਾਲ ਲੈਮਡਾ, ਪਰ ਇੱਥੇ b2 ਵੀ ਆਉਣੀ ਸੀ, ਨਾਲ ਆਉਣਾ ਸੀ ਲੈਮਡਾ ਸਕੇਅਰ, ਕਿਉਂਕਿ ਜੇ ਇੱਥੇ 3 ਹੈ ਤੇ 2 ਤੇ ਮੁੱਕਣਾ, ਜੇ ਇੱਥੇ 2 ਆ ਤੇ 1 ਤੇ ਮੁੱਕਣਾ। ਠੀਕ ਆ, ਜੇ ਇੱਥੇ 4 ਹੁੰਦਾ ਤਾਂ ਫਿਰ ਇੱਥੇ b3 ਲੈਮਡਾ ਦੀ ਕਿਊਬ ਵੀ ਆਉਣਾ ਸੀ।
ठीक है। फिर उवें उवें अगे दी अगे ये चीज़ वधी जाती होंगी है। सो ये चीज़ नूं देखो क्योंकि ए एन क्रॉस एन आ, सो बी नॉट आ जी ये मैट्रिक्स किहड़ी होगी, ए एन क्रॉस एन, बी वन एन क्रॉस एन, ये सारियां एन क्रॉस एन, पर गई कित्थों तक है, एन माइनस वन तक। इत्थे लिखो वेयर बी आईज, आई की है 0 1 2 अप टू सोन एन माइनस वन, ऑल आर एन क्रॉस एन मैट्रिक्स। ये बुक वाले ने लिखिया नहीं, तुसीं जरूर लिखियो, पता तो लगे ना भी ये है की। अच्छा हुण अगले स्टैप च तुसीं की करना, इनू चक के इत्थे भर दो। ਇਹਦੀ वैल्यू ਇਹ ਕੀ ਹੈ, ਇਹ ਰਾਜੇ ਇਹ ਕਰੈਕਟਰਿਸਟਿਕ ਇਕੁਏਸ਼ਨ ਹੈ, ਇਹ ਕਰੈਕਟਰਿਸਟਿਕ ਪੋਲੀਨੋਮੀਅਲ ਹੈ, ਇਹ ਆਪਾਂ ਕੱਢੀ ਹੋਈ ਆ। ਇਹਦੀ ਵੈल्यू ਚੱਕ ਕੇ ਇੱਥੇ ਭਰੋ, a ਮਾਈਨਸ ਲੈਮਡਾ ਹੀ ਤਾਂ ਉਵੇਂ ਰੱਖ ਲਿਆ। ਇਹਦੀ ਵੈल्यू ਚੱਕ ਕੇ ਇੱਥੇ ਭਰਤੀ ਐਡਜੁਆਇੰਟ ਦੀ, ਕੀ ਆ b ਨੋਟ b1 ਲੈਮਡਾ b2 ਲੈਮਡਾ ਸਕੁਅਰ ਅਪ ਟੂ ਸੋ ਔਨ bn ਮਾਈਨਸ 1 ਲੈਮਡਾ ਦੀ n ਮਾਈਨਸ 1। ठीक है जी। फिर करैक्टरिस्टिक इक्वेशन की है, ये करैक्टरिस्टिक इक्वेशन ही है, की आई हुई है वो अपने को पी नॉट वन पी वन लैमडा पी टू लैमडा स्केयर अप टू सो ऑन पी एन लैमडा दी पावर एन नाल की है आइडेंटिटी। हुण एक चीज़ देखो, हुण कोफिशिएंट कंपेयर करने आ, जदों कोफिशिएंट कंपेयर हो गए नाल ही गया क्वेश्चन। सब तो पहला कोफिशिएंट कंपेयर करो जिहदे च लैमडा नहीं गा, किहदे च लैमडा नहीं गया, आ देखो ए नूं बी नॉट ना प्रोडक्ट करोगे कोई लैमडा नहीं आया, तो इधर पी नॉट नूं आई ना प्रोडक्ट करोगे कोई लैमडा नहीं आया। सो इसदा मतलब कोफिशिएंट कंपेयर हो गए। राजे देखा जाए ना दोवें पासे ही पॉलीनोमियल्स पईयां, पॉलीनोमियल्स किहड़ियां जिहदे लैमडा दे विच मतलब एक्स स्केयर है वाई स्केयर नहीं है, इत्थे लैमडा स्केयर लैमडा क्यूब लैमडा च पॉलीनोमियल पई हुई है। सो इत्थे ए बी नॉट पी नॉट आई आ गया। उस तो बाद लैमडा वाले ए नूं बी वन नाल प्रोडक्ट करांगे आऊगा कि नहीं लैमडा, तो फिर ए नूं इहदे नाल प्रोडक्ट करांगे फिर भी लैमडा आऊ, ए नूं इहदे नाल की आऊगा देखो माइनस बी नॉट आई, तो इधर लैमडा वाली चीज़ एक ही है पी वन आई। सो इदां ही। अच्छा उस तो बाद स्केयर वाला ए नूं बी टू नाल आ गया कि नहीं लैमडा स्केयर, फिर इनू ये प्रोडक्ट करांगे लैमडा स्केयर आऊगा बी वन आई, तो इधर लैमडा स्केयर वाला यही है पी टू आई। ठीक है। हुण राजे आप आए हैं भी इनू ज़्यादा लंबा लिख नहीं सकते, क्यों, क्योंकि थोड़ी जी ना ऐ करते हैं सिमिट्री नाल लिखते हैं है ना, क्योंकि इन्ना लंबा लिखी जावांगे तो ये लिखते ही रह जाएंगे। सिमिट्री नाल लिखो, देखो अपने को की आ गया, मैं ये तुहानूं दिखाई जाना, यही है ना। समझ लगती है, दिख भी रहा है ना। इस तो बाद की आना सीगा, जे देखा जाए ना इत्थे 1 इत्थे 2 इत्थे 3 इत्थे 0 1, मतलब इदा ही चलते गए। ये हो गया लैमडा दी 0 वाले आ गए, लैमडा दी 1, ये लैमडा दी 2, फिर इदा ही करके मान लो लैमडा दी n माइनस 1 वाले आ गए। किहड़े आउणगे, ए नूं प्रोडक्ट करोगे जो ये नाल की आऊगा ए बी n माइनस 1, तो इनू जो इत्थे अगे कुछ होऊगा ना, आप लिखिया नहीं पर होऊगा जरूर, की आ लैमडा दी n माइनस 2 पावर होगी है ना। तो इनू प्रोडक्ट करांगे इत्थे की आऊगा बी n माइनस 2 आई, तो इधर की आऊगा लैमडा दी n माइनस, इत्थे तो सेम ही बनी जाता ना, जिड्डी पावर होंदी है नाल ओहो ही चीज़ आई होंदी है। जे 2 है तो 2, इत्थे 1 है तो 1, तो n माइनस n है तो n माइनस 1 वाले नाल पी n माइनस 1 नहीं पिया होना, क्योंकि लैमडा स्केयर ना P2 है, लैमडा 1 ना P1 है, तो लैमडा n माइनस 1 ना Pn माइनस 1 ही होगा। हुण रह गया इस तो अगे लैमडा दी n वाले, वो किहड़े आ, हुण इहनूं जदों प्रोडक्ट करूँगा ये तो लैमडा दी n माइनस 1 तक ही जाता, इस तो बाद तो कोई फायदा नहीं। पर इहनूं इहदे नाल प्रोडक्ट करिए जदों इहनूं इहदे नाल तां की बनदा माइनस बी n माइनस 1, लैमडा दी n भी बनदा ते नाल की आ आई, ते इधर लैमडा दी n की बनदा पी n आई। ठीक है। सो ये सारे बन गए, ये पहली इक्वेशन, ये दूजी इक्वेशन, ये तीजी, ये चौथी, ये पंजवीं, पर ये चौथी पंजवीं नहीं, ये कंटीन्यूस ऑन एंड तक गई। हुण इन्हां नूं आपां करना ऐड, है ना। ऐड करन वेले इन्हां नूं ऐ ऐड नहीं कर सकते आपां। ऐड किवें करना,
ਪਹਿਲੀ ਇਕੁਏਸ਼ਨ ਨੂੰ A ਨਾਲ ਪ੍ਰੋਡਕਟ ਕਰੋ, ਦੂਜੀ ਨੂੰ ਨਾ, ਪਹਿਲੀ ਨੂੰ ਨਹੀਂ, ਪਹਿਲੀ ਨੂੰ I ਨਾਲ ਪ੍ਰੋਡਕਟ ਕਰੋ, ਸੌਰੀ, ਦੂਜੀ ਨੂੰ A ਨਾਲ, ਤੀਜੀ ਨੂੰ A ਸਕੁਏਅਰ ਨਾਲ। ਦੇਖੋ ਕਿਹਦੇ ਨਾਲ ਕਰ ਰਹੇ ਆ, ਇੱਥੇ B, ਇੱਥੇ A, B ਦੀ 0 ਆ, ਸੋ A ਦੀ 0 ਮੰਨ ਲਓ I ਨਾਲ, B ਦੀ 1 A ਦੀ 1, B ਦੀ 2 A ਦੀ 2, B ਦੀ n-1 A ਦੀ n-1, ਹੈ ਨਾ। ਅਤੇ ਐਂਡ ਵਾਲਾ ਜਿਹੜਾ ਰਹਿ ਗਿਆ ਫਿਰ ਇਹਦਾ ਕੀ ਕਰੀਏ, ਇਹਨੂੰ A ਦੀ n ਨਾਲ ਪ੍ਰੋਡਕਟ ਕਰ, ਜਾਣੀ ਕਿ ਸਿੱਧੀ ਜੀ ਗੱਲ ਆ, ਪਹਿਲੀ ਨੂੰ ਆਈਡੈਂਟਿਟੀ ਨਾਲ, ਦੂਜੀ ਨੂੰ A ਨਾਲ, ਅਤੇ ਉਦੋਂ ਬਾਅਦ ਲਗਾਤਾਰ ਪ੍ਰੋਡਕਟ ਕਰਦੇ ਆਉਣਾ, ਕਿੱਥੇ ਪਹੁੰਚ ਜਾਣਾ, A ਦੀ n ਤੱਕ ਪਹੁੰਚ ਜਾਣਾ। ਪ੍ਰੋਡਕਟ ਕਰਨ ਤੋਂ ਬਾਅਦ ਇਹਨਾਂ ਨੂੰ ਐਡ ਕਰਕੇ ਦੇਖੋ ਕੀ ਬਣ ਗਿਆ। ਪਹਿਲੀ ਇਕੁਏਸ਼ਨ ਬਣ ਗਈ AB0 P0 I, ਇਹਨੂੰ A ਨਾਲ ਕੀਤਾ ਇਹ ਕੀ ਬਣ ਜਾਊਗਾ, A ਸਕੁਏਅਰ B1 AB0। ਹੁਣ I ਨੂੰ ਲਿਖਣ ਦਾ ਕੋਈ ਫਾਇਦਾ ਨਹੀਂ, ਹੈ ਨਾ, ਛੱਡ ਦਿੰਦੇ ਆ, ਐਵੇਂ ਕੀ ਲਿਖੀ ਪਈ ਹੈ, P1 A, ਹੁਣ I ਨੂੰ ਲਿਖਣ ਦਾ ਕੋਈ ਫਾਇਦਾ ਨਹੀਂ, ਹੈ ਨਾ। ਫਿਰ A ਸਕੁਏਅਰ ਆਇਆ, ਇੱਥੇ A ਸਕੁਏਅਰ A ਕਿਊਬ B2, ਇੱਥੇ A ਸਕੁਏਅਰ ਕੀਤਾ A ਸਕੁਏਅਰ B1, ਅਤੇ ਇੱਧਰ A ਸਕੁਏਅਰ P2, ਹੈ ਨਾ। ਇੱਦਾਂ ਹੀ ਚੱਲਦੇ ਗਏ, ਐਂਡ 'ਤੇ ਪਹੁੰਚੇ, ਇੱਥੇ A ਦੀ n ਬਣ ਜਾਊਗਾ, ਇਹਦੇ ਨਾਲ ਆ ਗਏ। ਹੁਣ A ਦੀ n ਬਣ ਜਾਊਗਾ Bn-1 ਮਾਈਨਸ An-1 Bn-2, ਇੱਥੇ Pn-1 An-1, ਅਤੇ ਲਾਸਟ 'ਤੇ ਇਹਨੂੰ ਇਹ ਦੋਵੇਂ ਪਾਸੇ ਕਰਨੀ ਆ ਨਾ ਪ੍ਰੋਡਕਟ ਵੀ, ਇਹ ਨਾ ਸੋਚੋ ਕਿ ਇੱਕ ਪਾਸੇ ਕਰਨੀ, ਦੋਵੇਂ ਪਾਸੇ ਕਰਨੀ ਆ। ਹੁਣ ਉਦੋਂ ਬਾਅਦ ਹੁਣ ਐਡ ਕਰੋ ਇਹਨਾਂ ਨੂੰ। ਦੇਖੋ ਐਡ ਕਿਵੇਂ ਕਰਨਾ, ਇਹ ਬਹੁਤ ਧਿਆਨ ਨਾਲ ਕਰ। ਇੱਧਰ ਤਾਂ ਸਿੱਧਾ ਇਹ ਸਾਰੇ ਇਹਦੇ ਨਾਲ ਇਹ, ਇਹਦੇ ਨਾਲ ਇਹ, ਇਹਦੇ ਨਾਲ ਇਹ, ਇਹਦੇ ਨਾਲ ਇਹ ਐਡ ਹੋ ਜਾਣੇ ਆ ਸਾਰੇ, ਹੈ ਨਾ। ਅਤੇ ਕੀ ਬਣ ਜੂਗਾ ਇਹ, ਆਈ ਥਿੰਕ ਬਣ ਜੂਗਾ P0 I P1 A P2 A ਸਕੁਏਅਰ ਅਪ ਟੂ ਸੋ ਔਨ, ਜਾਂਦੇ AN ਰਹਿ ਗਿਆ ਐਂਡ 'ਤੇ, ਅਤੇ ਇਹ ਬਣ ਗਿਆ PN। ਇਹਨਾਂ ਦਾ ਤਾਂ ਹਿਸਾਬ ਹੋ ਗਿਆ। ਇਹ ਜਿਹੜਾ ਇੱਧਰਲੇ ਪਾਸੇ ਆ ਨਾ, ਇਹਦਾ ਪੰਗਾ ਪੈਣਾ। ਦੇਖੋ ਇਹ ਇਹਦੇ ਨਾਲ ਕੱਟਿਆ ਜਾਂਦਾ, ਇਹ ਇਹਦੇ ਨਾਲ ਕੱਟਿਆ ਜਾਂਦਾ। ਦੇਖੋ ਟੇਢਾ ਜਾਂਦਾ ਇਹ ਕੰਮ ਨਾ। ਜੇ ਇਹਨੂੰ ਦੇਖਿਆ ਜਾਵੇ, ਇਹਨੂੰ ਇੱਥੇ ਲਿਖ ਲਓ AB0, ਇੱਥੇ ਪਾਵਰ 1 ਆ, ਹੈ ਨਾ। ਇੱਧਰਲੇ ਪਾਸੇ ਕੁਛ ਨਹੀਂ ਹੈ ਫਿਲਹਾਲ, 0 ਗਲਤ ਲਿਖਿਆ ਗਿਆ, ਉਹ ਕੋਈ ਮਸਲਾ ਨਹੀਂ ਹੈ ਐਡਾ, ਬਸ ਸਮਝਣ ਦੀ ਕੋਸ਼ਿਸ਼ ਕਰੋ, ਚੀਜ਼ ਤਾਂ ਉਹੀ ਆ। ਇਹ ਇਹਦੇ ਨਾਲ ਕੱਟਿਆ ਗਿਆ, ਇਹ ਇਹਦੇ ਨਾਲ ਕੱਟਿਆ ਗਿਆ, ਇਹ ਅਤੇ ਇਹ ਇੱਦਾਂ ਹੀ ਸਿਮੈਟਰੀ ਚੱਲੀ ਜਾਣੀ ਹੁੰਦੀ ਆ ਅੱਗੇ ਤੋਂ ਵੀ। ਜਦੋਂ ਵੀ ਇਹੋ ਜਿਹਾ ਕੁਛ ਆ ਗਿਆ, ਹੁਣ n ਟਰਮਸ ਆ ਰਾਜੇ, ਐਂ ਤਾਂ ਮੈਂ ਕੱਟ ਨਹੀਂ ਸਕਦਾ, ਐਂ ਕਿਵੇਂ ਆਪਾਂ n ਤੱਕ ਕਿਵੇਂ ਜਾਵਾਂਗੇ। ਸੋ ਉਹ ਜਿਹੜਾ ਪੈਟਰਨ ਜਿਹਾ ਬਣ ਗਿਆ ਨਾ, ਉਹਦੇ ਹਿਸਾਬ ਨਾਲ ਕੱਟਿਆ ਜਾਣਾ। ਦੇਖੋ ਮੈਂ ਕੱਟਣ ਲੱਗਾ, ਹੁਣ ਧਿਆਨ ਦਿਓ ਥੋੜ੍ਹਾ ਜਿਹਾ। ਇਹ ਇਹਦੇ ਨਾਲ ਗਿਆ, ਇਹ ਇਹਦੇ ਨਾਲ ਗਿਆ, ਇਹ ਇਹਦੇ ਨਾਲ ਗਿਆ, ਇਹ ਇਹਦੇ ਨਾਲ ਗਿਆ। ਸਮਝ ਲੱਗੀ ਕੀ ਕੀਤਾ, ਸਾਰੇ ਗਏ। ਫੇਰ ਕਰ ਦਿੰਦਾ ਲਾਸਟ ਅਟੈਂਪਟ, ਕਿਉਂਕਿ ਜੇ ਇਹਨੂੰ ਉਤਾਰਨਾ ਹੋਇਆ ਨਾ, ਵੀਡੀਓ ਬੈਕ ਕਰਕੇ ਉਤਾਰ ਲਿਓ, ਕਿਉਂਕਿ ਹੁਣ ਇਹ ਕਟਿੰਗ ਹੋਣ ਲੱਗੀ ਇਹਦੇ ਤੋਂ ਬੁਰੀ ਤਰ੍ਹਾਂ। ਇਹ ਇਹਦੇ ਨਾਲ ਗਿਆ, ਨੈਗੇਟਿਵ ਆ ਪੋਜ਼ੀਟਿਵ, ਇਹ ਇਹਦੇ ਨਾਲ ਗਿਆ, ਇਹ ਇੱਥੇ ਜੋ ਹੋਣਾ ਸੀ ਉਹਦੇ ਨਾਲ ਕੱਟਿਆ ਜਾਣਾ ਸੀ, ਹੈ ਨਾ। ਪਰ ਇਹ ਕੱਟਿਆ ਤਾਂ ਜਾਣਾ ਸੀ ਨਾ। ਹੁਣ ਇਹਦੀ ਗੱਲ ਕਰੋ, ਇਹ ਹੈ ਜਿਹੜਾ ਇਹ ਕੱਟਿਆ ਤਾਂ ਆ ਇਹਦੀ ਗੱਲ ਕਰਦਾ ਮੈਂ, ਇਹ ਕੱਟਿਆ ਤਾਂ ਜਾਣਾ ਸੀ ਕਿਹਦੇ ਨਾਲ, ਇੱਥੇ ਕੁਛ ਹੋਣਾ ਸੀ, ਉਹ ਇਹਦੇ ਨਾਲ ਕੱਟਿਆ ਜਾਣਾ ਸੀ। ਅਤੇ ਮੈਂ ਕੀ ਕਰਦਾ ਨਾ, ਆਪਾਂ ਚਲਾਕੀ ਕਰਨੀ ਆ, ਆਪਾਂ ਇਹਨੂੰ ਇਹਦੇ ਨਾਲ ਹੀ ਕੱਟ ਦੇਣਾ। ਸਮਝ ਲੱਗੀ ਰਾਜੇ, ਇਹਨੇ ਕੱਟਿਆ ਜਾਣਾ ਸੀ, ਇੱਥੇ ਕੁਛ ਹੋਣਾ ਸੀ ਉਹਦੇ ਨਾਲ, ਇਹਨੇ ਕੱਟਿਆ ਜਾਣਾ ਸੀ, ਇੱਥੇ ਕੁਛ ਹੋਣਾ ਸੀ ਉਹਦੇ ਨਾਲ, ਅਤੇ ਕਿਉਂ ਨਾ ਆਪਾਂ ਇਹਨੂੰ ਇਹਦੇ ਨਾਲ ਹੀ ਕੱਟ ਦੇਈਏ। ਚੈੱਕਰ ਨੂੰ ਕਿਹੜਾ ਪਤਾ ਵੀ ਇਹਨਾਂ ਨੇ ਕੀ ਕੀਤਾ। ਇਹ ਇਹਦੇ ਨਾਲ ਕੱਟਤਾ, ਇਹ ਇਹਦੇ ਨਾਲ ਕੱਟਤਾ, ਇਹ ਇਹਦੇ ਨਾਲ ਕੱਟਤਾ, ਇਹ ਇਹਦੇ ਨਾਲ ਕੱਟਤਾ। ਦੇਖੋ ਇਹ ਟੇਢਾ ਆਈ ਜਾਂਦਾ ਨਾ, ਐਂ ਗਏ ਆ ਇਹ ਸਾਰੇ, ਇਹ ਲਾਈਨ, ਇਹ ਲਾਈਨ, ਇਹ ਲਾਈਨ, ਇਹ ਲਾਈਨ। ਮੰਨ ਲਓ ਜੇ ਕੁਛ ਇੱਥੇ x ਹੁੰਦਾ ਅਤੇ ਜੇ ਇੱਥੇ y ਹੁੰਦੀ, ਤਾਂ ਇਹ ਦੋਵੇਂ x + y ਇੱਧਰ ਬਚ ਜਾਣੇ ਸੀ। ਸਮਝ ਲੱਗੀ। ਪਰ ਨਾ ਤਾਂ ਹੁਣ ਇੱਥੇ ਕੁਛ ਹੈਗਾ ਵਾ, ਇਹ ਟੇਢੀ ਲਾਈਨ ਤੋਂ ਇੱਧਰਲੇ ਪਾਸੇ, ਨਾ ਇੱਥੇ ਕੁਛ ਹੈਗਾ, ਸੋ ਇੱਧਰ ਕੀ ਬਚ ਗਿਆ ਫਿਰ 0। ਪ੍ਰੂਵ ਹੋ ਗਿਆ, ਪ੍ਰੂਵ ਹੋ ਗਿਆ ਰਾਜੇ। ਆਪਾਂ ਇਹੀ ਪ੍ਰੂਵ ਕਰਨਾ ਸੀ ਨਾ। ਮੇਰੇ ਕੋਲੇ ਪੇਜ, 1 ਮਿੰਟ ਵੇਟ ਕਰੋ,
हाँ आ देखो आही प्रूव करना सी ना पी नॉट आई पी वन ए पी टू ए स्केयर पी एन ए एन इज इक्वल टू जीरो है तो आ कीता तां पिया इज इक्वल टू की हो गया जीरो तो प्रूव हो गई कैरे हैमिल्टन थ्योरम हो गई तुहाडी वधिया सी ना थ्योरम। बस ये चीज़ आ थोड़ा जिहा ना आ कट कटाई जी एंड ते कीती आ इहदा ध्यान रखियो क्योंकि ये एक जगह ते नहीं होनी है बहुत जगह ते होनी है। ਆਪਾਂ पैटर्न देख लेने ਹੁੰਦੇ ਆ ਵੀ ਕਿਵੇਂ ਕਿਵੇਂ ਕੱਟੇ ਜਾ ਰਹੇ ਆ ਨੰਬਰ ਉਹ ਸਾਰੇ ਕੱਟ ਦਈਦੇ ਆ ਜੇ ਆਏ ਕਈ ਵਾਰੀ ਆਏ ਕੱਟੇ ਜਾਂਦੇ ਹੁੰਦੇ ਇੱਧਰਲੀ ਲੋਟ ਫਿਰ ਉਵੇਂ ਕੱਟ ਦਈਦੇ ਆ ਸਾਰੇ। ਚਲੋ ਕੈਲੇ ਹੈਮਿਲਟਨ ਥਿਓਰਮ ਹੋ ਗਈ ਰਾਜੇ। ਹੁਣ ਨਾ ਮੈਨੂੰ ਲੱਗਦਾ ਥੋੜੀਆਂ ਜਿਹੀਆਂ ਥਿਓਰਮਾਂ ਆਇਰਨ ਵੈਲਿਊ ਵਾਲੀਆਂ ਉਹ ਰਹਿ ਗਈਆਂ ਪਰ ਮੈਨੂੰ ਉਹ ਬਹੁਤ ਇੰਪੋਰਟੈਂਟ ਲੱਗਦੀਆਂ ਸੋ ਮੈਂ ਉਹ ਕਰਾਉਣਾ ਚਾਹੁੰਦਾ। ਯੂਨਿਟਰੀ ਮੈਟ੍ਰਿਕਸ ਤੇ similar polynomial have same iron values unitary matrix ਹਰਮੇਸ਼ਨ ਰਾਜੇ ਦੇਖੋ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਯੂਨਿਟਰੀ ਮੈਟ੍ਰਿਕਸ ਕਿਹੜੀਆਂ ਹੁੰਦੀਆਂ। ਯੂਨਿਟਰੀ ਇਹ ਮੈਟ੍ਰਿਕਸ ਆ ਜਿਹੜੀਆਂ ਇਹਨਾਂ ਦਾ ਇਨਵਰਸ ਲੱਭਣ ਦੀ ਲੋੜ ਨਹੀਂ ਪੈਂਦੀ। बहुत वधिया मैट्रिक्स होंदियां इन्हां दा इनवर्स लभण की लोड़ नहीं पैंदी। जे तुसी ए दा इनवर्स लभना तां ए दा ट्रांसपोज करके कंजुगेट कर दो उही उहदा इनवर्स हुंदा। मतलब ए ट्रांजुगेट ही इन्हां दा इनवर्स हुंदा। इनवर्स लभण लई मेहनत नहीं करनी पैंदी। इन्हां नूं यूनिटरी मैट्रिक्स कहंदे आ। समझ लगी। हुण ऐ करो दोवें पासे ए नाल प्रोडक्ट करो की आऊगा अपने कोले ए ना प्रोडक्ट की इधर बन जूगा ए इनवर्स ए इधर की आऊगा ए ट्रांजुगेट ए दोवें पासे ए ना प्रोडक्ट ए की बन जूगा आइडेंटिटी इधर की बन गया ए ट्रांजुगेट इज इक्वल टू ए। सो ये डेफिनेशन है यूनिटरी मैट्रिक्स की ते ये भी डेफिनेशन है यूनिटरी मैट्रिक्स की जो तुहाडा मन आ वो वरते चलो कोई प्रॉब्लम नहीं है। उस तो बाद जदों भी थीटा जा आ जाता ना ਇਹਦਾ मतलब की है एंटरियां कंपलैक्स है। कंपलैक्स मतलब ऑल्टा वगैरह खूब हुंदा इन्हां च यूनिटरी मैट्रिक्स विच। तो उस तो बाद आ गई अर्थोगनल। अर्थोगनल राजे इन्हां दे बहुत डीप मीनिंग आ अर्थोगनल दे भी यूनिटरी दे भी पर हुण छड्डो तुसीं इन्हां नहीं। ये मैट्रिक्स अर्थोगनल वो हुंदियां जिन्हां दा इनवर्स लभना बहुत सौखा हुंदा सिर्फ ट्रांसपोज ही करना। समझ लगी। ट्रांसपोज करो तो चलो जी ट्रांसपोज करो चलो जी इनवर्स लभ गया। दोवें पासे ए ना प्रोडक्ट करो की आऊगा ए इनवर्स ए ट्रांसपोज ए इत्थे आ जाऊगा आइडेंटिटी ए ट्रांसपोज ए जानी कि ए ट्रांसपोज नूं जदों ए ना प्रोडक्ट करते हैं तो आइडेंटिटी बने तो आपां कह दिंदे आ अर्थोगनल मैट्रिक्स आ। ये राजे इहदे च एंट्रियां रियल हुंदियां इहदे च एंट्रियां कंपलैक्स हुंदियां। कंपलैक्स मतलब रियल भी हो सकदियां राजे। 1 रियल नंबर भी है कंपलैक्स भी है 2 रियल भी है कंपलैक्स भी है पर ऑल्टा कंपलैक्स आ गला। सो कंपलैक्स है इसका मतलब इहदियां एंट्रियां रियल भी हो सकदियां इहदियां एंट्रियां कंपलैक्स भी हो सकदियां। कंपलैक्स नंबर किहो जिहे हुंदे आ समझदे हो ना। अर्थोगनल मैट्रिक्स हो गई इहदियां प्रॉपर्टियां हो गई है ना। उस तो बाद हरमिशन मैट्रिक्स तुहानूं पता ही है वो आपां डिस्कस कर लिया। स्क्यू सिमैट्रिक सिमैट्रिक वो तुहानूं पहले ही पता वा ਜਿਹੜੀਆਂ ਚੀਜ਼ਾਂ ਪਹਿਲਾਂ पता वो नहीं मैं दोबारा डिस्कस करनी आ। ਹੁਣ ਆਪਾਂ डिस्कस करिए दैन corresponding to distinct eigen values। आर्टिकल 8 करो। आर्टिकल 8 पहला मेन यही करवावां तुहानूं आर्टिकल 8 ये कहते हैं आयन वैल्यू जां कह रहे करैक्टरिस्टिक रूट प्रूव दैट the characteristic roots of a Hermitian matrix are real। लो जी ये कहता हरमिशन मैट्रिक्स दी आयन वैल्यू रियल होंदियां। हरमिशन मैट्रिक्स तुहानूं याद है की होंदी सीगी। मान लो let lambda be an iron value
ऑफ ए सच दैट ए की है हरमिशन मैट्रिक्स, ਇਹਦਾ ट्रांजुगेट करांगे ਜਦੋਂ ए आ ਜਾਂਦਾ ਹੁੰਦਾ। ਹੁਣ ਇੱਕ ਚੀਜ਼ ਆ, ਜੇ ਆਇਨ ਵੈਲਿਊ ਹੈ ਤਾਂ ਇਹਨੂੰ ਰੀਅਲ ਕਿਵੇਂ ਸ਼ੋ ਕਰੀਏ? ਪੰਗਾ ਤਾਂ ਇਹ ਆ, ਕੋਈ ਨੰਬਰ ਰੀਅਲ ਕਿਵੇਂ ਹੁੰਦਾ? ਦੇਖੋ 2 ਦਾ ਕੰਜੂਗੇਟ ਜੇ ਕਰੀਏ ਤਾਂ ਕੀ ਆਊਗਾ 2, ਕਿਉਂਕਿ ਇਹਦੇ 'ਚ ऑयटा ਹੈ ਨਹੀਂ। ਜਿਹਦੇ 'ਚ ऑयटा ਨਹੀਂ ਹੁੰਦਾ ਉਹ ਕੀ ਹੁੰਦਾ? ਰੀਅਲ ਨੰਬਰ। ਜੇ ਇੱਥੇ 2 + ऑयटा ਹੁੰਦਾ, ਉਹਦਾ ਕੰਜੂਗੇਟ ਕਰਦਾ ਤਾਂ ਮੈਂ 2 - ऑयटा ਆ ਜਾਣਾ ਸੀ, ਅਤੇ ਇਹ ਇੱਕ ਦੂਜੇ ਦੇ ਬਰਾਬਰ ਸੌਰੀ ਇਹ ਮੇਰਾ ਕਹਿਣ ਦਾ ਮਤਲਬ 2 + ऑयटा ਦਾ ਕੰਜੂਗੇਟ ਆ ਜਿਹੜਾ, ਉਹ 2 + ऑयटा ਦੇ ਬਰਾਬਰ ਨਹੀਂ ਆਉਂਦਾ। ਦੇਖੋ ਇਹ ਦੋਵੇਂ ਨੰਬਰ ਬਰਾਬਰ ਆ ਨਾ, ਪਰ ਇੱਥੇ ਦੋਵੇਂ ਨੰਬਰ ਇਹ ਬਰਾਬਰ ਨਹੀਂ ਰਹਿ ਸਕਦੇ, ਇਹ ਬਦਲ ਜਾਂਦਾ। ਕੰਜੂਗੇਟ ऑयटा 'ਤੇ ਇਫੈਕਟ ਪਾ ਦਿੰਦਾ। ਜਿਵੇਂ 2 + ऑयटा 2 + ऑयटा ਦੇ ਬਰਾਬਰ ਨਹੀਂ ਹੋ ਸਕਦਾ ਨਾ, ਇਹਦਾ ਮਤਲਬ ਜੇ ਅਲਫਾ ਕੰਪਲੈਕਸ ਆ, ਨੋਨ ਰੀਅਲ, ਐਂ ਕਿਆ ਕਰੋ ਹੈ ਨਾ, ਇਹ ਜ਼ਿਆਦਾ ਵਧੀਆ, ਮਤਲਬ ਰੀਅਲ ਨਹੀਂ ਹੈਗਾ ਇਹ, ਨੋਨ ਰੀਅਲ, ਮਤਲਬ ਇਹਦੇ 'ਚ ਪੱਕਾ ऑयटा ਹੈਗਾ, ਦੈਨ ਇਹਦਾ ਕੰਜੂਗੇਟ ਕਦੇ ਵੀ ਇਹਦੇ ਬਰਾਬਰ ਨਹੀਂ ਆਊਗਾ। ਅਤੇ ਜੇ ਅਲਫਾ ਹੋਇਆ ਰੀਅਲ ਤਾਂ ਇਹਦਾ ਕੰਜੂਗੇਟ ਹਮੇਸ਼ਾ ਹੀ ਇਹਦੇ ਬਰਾਬਰ ਆਊਗਾ। ਜਾਣੀ ਕਿ ਹੁਣ ਮੈਂ ਆਇਨ ਵੈਲਿਊ ਨੂੰ ਰੀਅਲ ਸ਼ੋ ਕਰਨ ਵਾਸਤੇ ਕੀ ਕਰੂੰਗਾ? ਲੈਮਡਾ ਦਾ ਕੰਜੂਗੇਟ ਲੈਮਡਾ ਦੇ ਬਰਾਬਰ ਸ਼ੋ ਕਰ ਦੂੰਗਾ। ਹੋ ਜਾਓ ਸ਼ੁਰੂ ਫਿਰ। ਆਇਨ ਵੈਲਿਊ ਹੈ, ਇਹਦਾ ਮਤਲਬ ਦੇਰ ਐਗਜ਼ਿਸਟ ਏ ਨੋਨ ਜ਼ੀਰੋ ਆਇਨ ਵੈਕਟਰ। ਆਇਨ ਵੈਕਟਰ ਤਾਂ ਹੋਊਗਾ ਹੀ। ਉਹ ਕਹਾਵਤ ਜੀ ਸੁਣੀ ਆ ਪਹਿਲਾਂ, ਮੁਰਗੀ ਆਈ ਕਿ ਅੰਡਾ ਆਇਆ? ਐਕਸ ਉਹੀ ਚੀਜ਼ ਹੈ ਆਇਨ ਵੈਲਿਊ ਅਤੇ ਆਇਨ ਵੈਕਟਰ। ਇਹ ਮੁਰਗੀ ਅੰਡੇ ਵਾਲਾ ਰਿਲੇਸ਼ਨ ਹੈ ਇਹਨਾਂ 'ਚ, ਕਿਸੇ ਨੂੰ ਨਹੀਂ ਪਤਾ ਪਹਿਲਾਂ ਕਿਹੜਾ ਆਇਆ। ਸੋ ਆਇਨ ਵੈਲਿਊ ਆਈ ਤਾਂ ਪਹਿਲਾਂ ਐਕਸ ਤਾਂ ਨਾਲ ਹੀ ਆ ਗਿਆ। ਸੋ ਕਰੂਗੀ ਇਹ ਐਕਸ, ਇਹ ਲੈਮਡਾ ਜਦੋਂ ਐਕਸ ਦੇ ਨਾਲ ਲਾਵਾਂਗੇ ਤਾਂ ਇਹ ਏ ਅਤੇ ਲੈਮਡਾ ਏ ਐਕਸ ਲੈਮਡਾ ਐਕਸ ਦੇ ਬਰਾਬਰ ਹੋ ਜਾਣਗੇ। ਹੁਣ ਥੋੜ੍ਹੇ ਜਿਹੇ ਸਟੈਪ ਤੁਹਾਨੂੰ ਯਾਦ ਰੱਖਣੇ ਪੈਣੇ ਆ। ਉਹ ਸਟੈਪ ਕਿਹੜੇ ਆ? ਸਭ ਤੋਂ ਪਹਿਲਾਂ ਤੁਸੀਂ ਐਕਸ ਟ੍ਰਾਂਜੂਗੇਟ ਨਾਲ ਪ੍ਰੋਡਕਟ ਕਰੋਗੇ। ਇੱਥੇ ਦੋਵੇਂ ਪਾਸੇ ਜਦੋਂ ਪ੍ਰੋਡਕਟ ਹੋ ਗਈ ਤਾਂ ਸਾਰੇ ਦੇ ਉੱਪਰ ਟ੍ਰਾਂਜੂਗੇਟ ਅਪਲਾਈ ਕਰ ਦੋਗੇ। ਰਾਜੇ ਇਹ ਸਟੈਪ ਆ ਨਾ ਜਿਹੜੇ, ਇਹ ਦਿਮਾਗ 'ਚ ਰੱਖਣੇ ਪੈਣੇ ਆ ਤੁਹਾਨੂੰ, ਠੀਕ ਆ। ਹੁਣ ਇਹਦਾ ਕੀ ਬਣੂਗਾ? ਐਕਸ ਟ੍ਰਾਂਜੂਗੇਟ ਇਹਦੇ 'ਤੇ ਲੱਗ ਜੂਗਾ, ਇਹ ਆ ਜੂਗਾ ਮੂਹਰੇ। ਆਈ ਹੁੰਦਾ ਜਿਵੇਂ ਟਰਾਂਸਪੋਜ਼ ਹੈ ਰਿਐਕਟ ਕਰਦਾ ਨਾ, ਉਵੇਂ ਹੀ ਟ੍ਰਾਂਜੂਗੇਟ ਰਿਐਕਟ ਕਰਦਾ। ਐਕਸ ਟ੍ਰਾਂਜੂਗੇਟ ਮੂਹਰੇ, ਫਿਰ ਏ ਟ੍ਰਾਂਜੂਗੇਟ, ਫਿਰ ਐਕਸ ਟ੍ਰਾਂਜੂਗੇਟ ਦਾ ਟ੍ਰਾਂਜੂਗੇਟ। ਓਕੇ ਹੋ ਗਿਆ। ਸੇਮ ਸੈਂਸ 'ਚ ਇੱਧਰ ਕੰਮ ਕਰਨਾ ਸੀ, ਪਰ ਲੈਮਡਾ ਦਾ ਤਾਂ ਕੋਈ ਰੋਲ ਹੀ ਨਹੀਂ ਹੈ, ਲੈਮਡਾ ਤਾਂ ਨੰਬਰ ਆ। ਸੋ ਇੱਕ 2 ਦਾ, ਅੱਗੇ ਮੈਂ ਤੁਹਾਨੂੰ ਕਿਹਾ ਸੀਗਾ 2 ਦਾ ਟਰਾਂਸਪੋਜ਼ ਇੱਕ ਸਟੂਡੈਂਟ ਸੀ ਮੇਰਾ, ਉਹਨੇ ਨਾ ਐਂ ਕਰਤਾ। ਪਲੀਜ਼ ਇਹ ਜਿਹਾ ਨਾ ਕਰਿਓ, ਮੈਨੂੰ ਕਦੇ ਨਹੀਂ ਭੁੱਲਣਾ, ਮੇ ਵੀ ਮੇਰੇ ਕਰੀਅਰ 'ਚ। ਸੋ ਲੈਮਡਾ ਦਾ ਅਸਲ 'ਚ ਰਾਜੇ 2 ਦਾ ਟਰਾਂਸਪੋਜ਼ 2 ਹੀ ਹੁੰਦਾ, ਕੁਛ ਨਹੀਂ ਹੁੰਦਾ, ਮੀਨਿੰਗਲੈਸ ਹੈ ਇਹ ਚੀਜ਼। ਆਪਾਂ ਅਪਲਾਈ ਨਹੀਂ ਕਰਦੇ ਇੱਕ ਨੰਬਰ 'ਤੇ ਟਰਾਂਸਪੋਜ਼। ਮੈਟ੍ਰਿਕਸ ਥਿਊਰੀ ਦਾ ਰਿਲੇਸ਼ਨ ਹੈ ਇਹਦੇ ਨਾਲ। ਅੱਛਾ, ਟਰਾਂਸਪੋਜ਼ ਦਾ ਤਾਂ ਕੋਈ ਅਸਰ ਹੀ ਨਹੀਂ ਹੋਣਾ। ਹੋਰ ਟ੍ਰਾਂਜੂਗੇਟ 'ਚ ਕੀ ਹੁੰਦਾ? ਕੰਜੂਗੇਟ ਦਾ ਅਸਰ ਹੁੰਦਾ ਨੰਬਰਾਂ 'ਤੇ। ਸੋ ਕੰਜੂਗੇਟ ਲਾ ਕੇ ਇਹਨੂੰ ਮੂਹਰੇ ਕੱਢ ਲਓ, ਪਿੱਛੇ ਜਿਹੜੀ ਚੀਜ਼ ਰਹਿ ਗਈ ਉਹਨੂੰ ਬਦਲਿਓ ਨਾ, ਅੱਗੇ ਪਿੱਛੇ ਨਹੀਂ ਕਰਿਓ। ਇਹ ਮੂਹਰੇ ਆ ਤਾਂ ਮੂਹਰੇ ਰੱਖੋ, ਇਹ ਪਿੱਛੇ ਰੱਖੋ, ਉੱਪਰ ਟ੍ਰਾਂਜੂਗੇਟ ਉਵੇਂ ਲਾ ਦਿਓ। ਹੁਣ ਇਹ ਦੇਖੋ ਕੀ ਬਣੂਗਾ, ਟ੍ਰਾਂਜੂਗੇਟ ਏ ਟ੍ਰਾਂਜੂਗੇਟ ਦਾ ਟ੍ਰਾਂਜੂਗੇਟ ਕੁਛ ਵੀ ਨਹੀਂ ਹੁੰਦਾ, ਖਤਮ ਹੋ ਜਾਂਦਾ ਹੁੰਦਾ। ਮਤਲਬ ਟਰਾਂਸਪੋਜ਼ ਦਾ ਟਰਾਂਸਪੋਜ਼ ਜਿਵੇਂ ਖਤਮ ਹੋ ਜਾਂਦਾ, ਟ੍ਰਾਂਜੂਗੇਟ ਦਾ ਟ੍ਰਾਂਜੂਗੇਟ ਖਤਮ ਹੋ ਜਾਂਦਾ। ਉਸ ਤੋਂ ਬਾਅਦ ਲੈਮਡਾ ਕੰਜੂਗੇਟ, ਇਹ ਕੀ ਆਊਗਾ? ਜਿਹੜਾ ਮਗਰਲਾ ਉਹ ਮੂਹਰੇ ਆ ਜਾਊਗਾ, ਮੂਹਰਲਾ ਜਿਹੜੀ ਚੀਜ਼ ਆ ਉਹ ਮਗਰ ਆ ਜਾਊਗੀ। ਹੁਣ ਇਹਦੀਆਂ ਵੈਲਿਊ ਭਰੋ। ਐਕਸ ਟ੍ਰਾਂਜੂਗੇਟ, ਏ ਟ੍ਰਾਂਜੂਗੇਟ ਕੀ ਆਊਗਾ? ਆਹ ਦੇਖੋ ਲਿਖੀ ਸੀ ਆਪਾਂ, ਆਹ ਪਈ। ਏ ਟ੍ਰਾਂਜੂਗੇਟ ਕਿਹਦੇ ਬਰਾਬਰ ਆ? ਏ ਦੇ ਐਕਸ, ਹੈ ਨਾ। ਲੈਮਡਾ ਐਕਸ ਟ੍ਰਾਂਜੂਗੇਟ ਉਵੇਂ ਆ ਜਾਊਗਾ, ਟ੍ਰਾਂਜੂਗੇਟ ਦਾ ਟ੍ਰਾਂਜੂਗੇਟ ਸੇਮ ਰਹਿ ਗਿਆ, ਠੀਕ ਹੈ। ਹੁਣ ਅਗਲੇ ਸਟੈਪ 'ਚ ਕੀ ਕਰੋ? ਏ ਐਕਸ ਦੀ ਵੈਲਿਊ ਆਹ ਪਈ ਆ, ਲੈਮਡਾ ਐਕਸ, ਇਹ ਭਰ ਦਿਓ। ਐਕਸ ਟ੍ਰਾਂਜੂਗੇਟ, ਇੱਥੇ ਆ ਗਿਆ ਲੈਮਡਾ ਐਕਸ, ਇੱਥੇ ਆ ਗਿਆ ਲੈਮਡਾ ਕੰਜੂਗੇਟ, ਇੱਥੇ ਐਕਸ ਟ੍ਰਾਂਜੂਗੇਟ ਐਕਸ। ਅਗਲੇ ਸਟੈਪ 'ਚ ਲੈਮਡਾ ਇੱਥੋਂ ਬਾਹਰ ਕੱਢ ਲਓ, ਕੀ ਬਚਿਆ? ਐਕਸ ਟ੍ਰਾਂਜੂਗੇਟ ਐਕਸ, ਅਤੇ ਉੱਧਰ ਕੀ ਬਚਿਆ? ਐਕਸ ਟ੍ਰਾਂਜੂਗੇਟ ਐਕਸ। ਹੁਣ ਇਹਨੂੰ ਕਾਮਨ ਕੱਢੋ, ਇੱਕ ਪਾਸੇ ਲੈ ਆਓ। ਮੇਰਾ ਕਹਿਣ ਦਾ ਮਤਲਬ ਇੱਧਰ ਕੀ ਸੀਗਾ ਆਪਣੇ ਕੋਲੇ? ਲੈਮਡਾ, ਉੱਧਰ ਕੀ ਹੈ? ਲੈਮਡਾ ਐਕਸ ਟ੍ਰਾਂਜੂਗੇਟ ਐਕਸ, ਉੱਧਰ ਕੀ ਹੈ? ਲੈਮਡਾ ਬਾਰ ਐਕਸ ਟ੍ਰਾਂਜੂਗੇਟ ਐਕਸ ਇਜ਼ ਇਕੁਅਲ ਟੂ ਕੀ ਹੋ ਗਿਆ? 0। ਇਹ ਹੈਗੀ ਹੈ ਮੈਟ੍ਰਿਕਸ ਹੈ ਰਾਜੇ, ਕਿਉਂਕਿ ਇਹ ਕਾਲਮ ਤੁਰੇ ਫਿਰਦੇ ਆ ਨਾ ਵਿੱਚ। ਨਹੀਂ, ਮੈਟ੍ਰਿਕਸ ਨਹੀਂ ਗੀ ਇਹ।
ਇਹ ਨੰਬਰ ਹੈ, ਹੁਣ ਬਾਅਦ ਚ ਦੱਸਦਾ ਕਿਵੇਂ ਨੰਬਰ ਹੈ ਇਹ, ਪਰ ਇਹ ਇੱਕ ਰੀਅਲ ਨੰਬਰ ਹੈ। 0 0 1 2 3 ਵਾਲਾ ਰੀਅਲ ਨੰਬਰ ਹੈ। ਅੱਛਾ ਹੁਣ ਇੱਕ ਗੱਲ ਕਰੋ, ਇਹ 'ਚੋਂ ਲੈਮਡਾ ਲੈਮਡਾ ਬਾਰ ਇੱਕ ਪਾਸੇ ਕਰ ਲਿਆ, ਇਹਨੂੰ ਐਕਸ ਟ੍ਰਾਂਜੂਗੇਟ ਐਕਸ ਨੂੰ ਇੱਕ ਪਾਸੇ ਰੱਖ ਲਿਆ ਇਕੁਅਲ ਟੂ 0। ਇਹ ਬੰਦੇ ਕੀ ਕਹਿੰਦੇ ਆ, ਹੁਣ ਤੁਹਾਡੀ ਬੁੱਕ ਵਾਲੇ ਬੜਾ ਅਜੀਬ ਜਿਹਾ ਇਹਨੇ ਗਲਤ ਲਿਖਿਆ ਹੋਇਆ ਨੇ। ਦੇਖੋ ਇੱਕ ਚੀਜ਼ ਇੱਥੇ ਰਫ ਕੰਮ 'ਚ ਨੋਟ ਕਰੋ, ਐਕਸ ਜੇ ਮੰਨ ਲਓ ਤੁਹਾਡੇ ਕੋਲੇ ਆ ਨੋਨ ਜ਼ੀਰੋ, ਮੰਨ ਲਓ ਐਕਸ ਤੁਹਾਡੇ ਕੋਲੇ ਨੋਨ ਜ਼ੀਰੋ, ਕਿਹੋ ਜਿਹਾ ਲੈ ਲਓਗੇ? ਐਂ ਕਰੋ ਵੱਧ ਤੋਂ ਵੱਧ ਜ਼ੀਰੋ ਬਣਾਉਣ ਦੀ ਕੋਸ਼ਿਸ਼ ਕਰ ਲਓ। ਨੋਨ ਜ਼ੀਰੋ ਆ ਪਰ ਜ਼ੀਰੋ ਬਣਾਉਣ ਦੀ ਕੋਸ਼ਿਸ਼ ਕਰੋ, ਕੀ ਆਊਗਾ? 0 1 0, ਚਲੋ ਠੀਕ ਹੈ। ਤੇ ਐਕਸ ਟ੍ਰਾਂਜੂਗੇਟ ਕੀ ਆਊਗਾ ਫਿਰ? ਟਰਾਂਸਪੋਜ਼ ਲਓ ਤੇ ਫਿਰ ਉਹਦਾ ਕਾਂਜੂਗੇਟ, ਟਰਾਂਸਪੋਜ਼ ਤੇ ਕਾਂਜੂਗੇਟ ਇਹ ਕੀ ਹੋਊਗਾ? ਟੇਢਾ ਹੋ ਜਾਊਗਾ ਐ, ਹੈ ਨਾ। ਟਰਾਂਸਪੋਜ਼ ਲੈ ਲਿਆ, ਜਿਹੜੀ ਖੜਾ ਕਾਲਮ ਸੀਗਾ ਉਹ ਰੋ ਬਣ ਗਈ, ਤੇ ਕਾਂਜੂਗੇਟ ਦਾ ਤਾਂ ਕੋਈ ਅਸਰ ਹੀ ਨਹੀਂ ਹੋਣਾ ਇਹਦੇ 'ਤੇ, ਕਿਉਂਕਿ ਇਹਦੇ 'ਚ ਸਿਰਫ ਰੀਅਲ ਨੰਬਰ ਆ। ਹੁਣ ਇਹਨਾਂ ਦੀ ਪ੍ਰੋਡਕਟ ਕਰੋ, ਐਕਸ ਟ੍ਰਾਂਜੂਗੇਟ ਤੇ ਐਕਸ ਕੀ ਆਊਗਾ? 1 0 ਤੇ 1 0, ਪ੍ਰੋਡਕਟ ਕਰੋ ਕੀ ਆਊਗਾ? 1 ਨੂੰ 1 ਨਾਲ ਪਲੱਸ 0 ਨੂੰ 0 ਨਾਲ, ਕੀ ਆ ਗਿਆ? 1। ਦੇਖੋ ਹੁਣ ਪਤਾ ਲੱਗਦਾ, ਮੈਂ ਕਿਹਾ ਸੀ ਨਾ ਇਹ ਰੀਅਲ ਨੰਬਰ ਆ, ਤੇ ਆਇਆ ਨਾ ਫਿਰ ਰੀਅਲ ਨੰਬਰ, ਤੇ ਆਇਆ ਵੀ ਹੈ ਨੋਨ ਜ਼ੀਰੋ। ਰਾਜੇ ਜਦੋਂ ਐਕਸ ਨੋਨ ਜ਼ੀਰੋ ਲਾਉਂਗੇ ਨਾ ਇਹਨੇ ਜ਼ੀਰੋ ਹੀ ਆਉਣਾ, ਸੌਰੀ ਨੋਨ ਜ਼ੀਰੋ ਹੀ ਆਉਣਾ। ਜੇ ਐਕਸ ਨੋਨ ਜ਼ੀਰੋ ਆ ਤਾਂ ਇਹ ਪ੍ਰੋਡਕਟ ਨੋਨ ਜ਼ੀਰੋ ਹੀ ਹੋਊਗੀ ਹਮੇਸ਼ਾ। ਜੇ ਮੰਨ ਲਓ ਤੁਸੀਂ ਕਹਿੰਦੇ ਹੋ ਐਕਸ, ਮੈਂ ਆਹ ਲੈ ਲਿਆ ਜੀ x1 ਤੇ x2, ਮਤਲਬ x1 x2 ਇਕੱਠੇ ਜ਼ੀਰੋ ਨਹੀਂ ਹੋ ਸਕਦੇ, ਹੈ ਨਾ। ਜੇ ਇਕੱਠੇ ਜ਼ੀਰੋ ਹੋ ਗਏ ਇੱਕੋ ਟਾਈਮ ਤਾਂ x ਜ਼ੀਰੋ ਹੋ ਜਾਊਗਾ। ਇਹਦਾ ਮਤਲਬ x1 ਨੋਨ ਜ਼ੀਰੋ ਆ ਜਾਂ x2 ਨੋਨ ਜ਼ੀਰੋ ਆ। ਤੁਸੀਂ ਦੱਸੋ ਕਿਹੜਾ ਮੰਨਣਾ? ਮੰਨ ਲਓ x2 ਨੂੰ ਮੰਨ ਲਿਆ ਤੁਸੀਂ, x ਟ੍ਰਾਂਜੂਗੇਟ ਕੀ ਆਊਗਾ? x1 x2, ਠੀਕ ਹੈ। ਤੇ ਜੇ ਚਲੋ ਆਹ ਐਗਜ਼ਾਮਪਲ ਐਂ ਕਰੋ, ਮੈਂ ਨਾ ਥੋੜ੍ਹਾ ਜਿਹਾ ਜ਼ਿਆਦਾ ਦੱਸਣਾ ਪਊਗਾ ਫਿਰ ਤੁਹਾਨੂੰ। ਇਹਦੀ ਪ੍ਰੋਡਕਟ ਕਰ ਦਿਓ, ਇਹਦੇ ਨਾਲ ਕੀ ਆਊਗਾ? x1 x2, ਇਹਦੀ ਪ੍ਰੋਡਕਟ ਕਰੋ ਕੀ ਆਊਗਾ? x1 ਸਕੇਅਰ x2 ਸਕੇਅਰ ਬਣ ਜਾਂਦਾ ਨਾ। ਹੁਣ ਜੇ ਇਹਦੇ 'ਚ x2 ਨੋਨ ਜ਼ੀਰੋ ਆ, ਮੰਨ ਲਓ ਇਹ ਜ਼ੀਰੋ ਵੀ ਹੋ ਗਿਆ, ਤਾਂ ਇਹ ਕੀ ਬਣ ਜਾਊਗਾ? 0 ਸਕੇਅਰ x2 ਸਕੇਅਰ ਬਣ ਜਾਊਗਾ ਨਾ ਵੱਧ ਤੋਂ ਵੱਧ। ਇਹ ਕੀ ਆਊਗਾ? ਨੋਨ ਜ਼ੀਰੋ, ਕਿਉਂਕਿ ਇਹ ਨੋਨ ਜ਼ੀਰੋ ਸਕੇਅਰ ਨੋਨ ਜ਼ੀਰੋ। ਜੇ ਤੁਸੀਂ ਕਹੋਗੇ ਇਹ ਵੀ ਜ਼ੀਰੋ ਬਣਾਉਣਾ, ਫਿਰ ਇਹ ਤਾਂ ਜ਼ੀਰੋ ਹੋਇਆ ਹੀ ਪਿਆ ਸੀ। ਜੇ ਤੁਸੀਂ ਕਹੋਗੇ ਇਹਨੂੰ ਵੀ ਜ਼ੀਰੋ ਬਣਾਉਣਾ ਤਾਂ ਇਹ ਵੀ ਜ਼ੀਰੋ ਹੋ ਜੂ, ਫਿਰ ਐਕਸ ਹੀ ਜ਼ੀਰੋ ਹੋ ਜਾਊਗਾ। ਸੋ ਇਹ ਚੀਜ਼ ਦਾ ਧਿਆਨ ਰੱਖਿਓ। ਸੋ ਇਹ ਸਾਰਾ ਰਫ ਕੰਮ ਆ, ਇਹਦੀ ਲੋੜ ਨਹੀਂ ਵਿੱਚ ਕਰਨ ਦੀ। ਇਹ ਨੋਨ ਜ਼ੀਰੋ ਰਹੂਗਾ, ਤੇ ਆਪਣੇ ਕੋਲੇ ਇੱਥੇ ਲਿਖ ਦਿਓ ਐਜ਼ ਐਕਸ ਇਜ਼ ਇਕੁਅਲ ਟੂ ਨੋਨ ਜ਼ੀਰੋ, ਐਕਸ ਟ੍ਰਾਂਜੂਗੇਟ ਐਕਸ ਇਜ਼ ਇਕੁਅਲ ਟੂ ਨੋਨ ਜ਼ੀਰੋ। ਤੇ ਇਹਦਾ ਮਤਲਬ ਕੀ ਹੋ ਗਿਆ? ਇਹ ਕੱਟਿਆ ਗਿਆ, ਨੰਬਰ ਹੈ ਇੱਕ, ਬਚਿਆ ਕੀ? ਲੈਮਡਾ ਮਾਈਨਸ ਲੈਮਡਾ ਕਾਂਜੂਗੇਟ 0। ਇਹਦਾ ਮਤਲਬ ਲੈਮਡਾ ਕੀ ਹੋ ਗਿਆ? ਲੈਮਡਾ ਕਾਂਜੂਗੇਟ ਦੇ ਬਰਾਬਰ। ਇਹਦਾ ਮਤਲਬ ਇੱਥੋਂ ਆਪਾਂ ਕਹਿ ਸਕਦੇ ਹਾਂ ਲੈਮਡਾ ਰੀਅਲ ਹੈ। ਓਕੇ ਹੋ ਗਿਆ। ਤੁਹਾਡੀ ਇਹ ਪਈ ਆ ਥਿਊਰਮ 271 ਪੇਜ 'ਤੇ, ਮੋਸਟ ਇੰਪੋਰਟੈਂਟ ਆ, ਇਹ ਕਰਨੀ ਆ ਤੁਸੀਂ। ਇਹਦੇ ਇੱਥੋਂ ਹੀ ਪੜ੍ਹਨੀ ਆ। ਇਹ ਬੁੱਕ 'ਤੇ ਜਿਹੜਾ ਪੇਜ 'ਤੇ ਜਿਹੜਾ ਮੈਂ ਕਰਵਾਇਆ, ਇਹ ਇਹੋ ਜਿਹਾ ਕਚਰਾ ਨਾ ਕਰ ਰਿਓ ਪੇਪਰ 'ਚ। ਇਹ ਸਮਝ ਲਓ ਕਿ ਇੱਕ ਤਰ੍ਹਾਂ ਨਾਲ ਤੁਹਾਨੂੰ ਸਮਝਾਉਣ ਵਾਸਤੇ ਕੀਤਾ ਗਿਆ ਸੀਗਾ। ਬੁੱਕ ਤੋਂ ਕੱਲਾ ਸਟੈਪ ਪੜ੍ਹਨਾ ਤੁਸੀਂ, ਇਹ ਕਰਨਾ, ਠੀਕ ਆ। ਅੱਛਾ, ਉਸ ਤੋਂ ਬਾਅਦ ਅਗਲੀ ਥਿਊਰਮ ਆ ਜਿਹੜੀ, ਅਗਲੀ ਥਿਊਰਮ ਵੱਲ ਹੁਣ ਆਪਾਂ ਦੇਖੀਏ। ਪ੍ਰੂਵ ਦੈਟ ਦ ਕਰੈਕਟਰਿਸਟਿਕ ਰੂਟਸ ਆਫ ਰੀਅਲ ਸਿਮੈਟ੍ਰਿਕ ਮੈਟ੍ਰਿਕਸ ਆਰ ਰੀਅਲ। ਅੱਛਾ ਇਹਦੇ 'ਚ ਕੀ ਰਹਿ ਗਿਆ ਰਾਜੇ? ਮੇਰੀ ਗੱਲ ਸੁਣੋ, ਇਹ ਬੰਦਾ ਪਤਾ ਕੀ ਕਹਿੰਦਾ? ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਜਿਵੇਂ ਇਹਨੇ ਬੁੱਕ 'ਚ ਕੀਤਾ ਨਾ, ਇਹ ਐਂ ਨਾ ਕਰਿਓ। ਜਿੱਥੇ ਜਿੱਥੇ ਉੱਪਰਲੀ ਥਿਊਰਮ 'ਚ ਥੀਟਾ ਲੱਗਿਆ ਨਾ, ਉੱਥੇ ਟਰਾਂਸਪੋਜ਼ ਪਾ ਦਿਓ, ਬਸ ਸਾਰਾ ਪ੍ਰੂਫ ਹੋ ਗਿਆ ਤੁਹਾਡਾ। ਇੱਕ ਮਿੰਟ ਵੇਟ ਕਰੋ, ਕਰਨਾ ਇਸ ਤਰ੍ਹਾਂ ਕਰ ਸਕਦੇ ਹਾਂ ਆਪਾਂ। ਫਿਰ ਕਾਂਜੂਗੇਟ ਕਿਵੇਂ ਆਊਗਾ ਬਾਈ? ਜੇ ਟਰਾਂਸਪੋਜ਼ ਪਾਤਾ ਕਾਂਜੂਗੇਟ ਕਿਵੇਂ ਆਊਗਾ? ਨਹੀਂ ਕਰ ਸਕਦੇ, ਸੌਰੀ ਮੈਂ ਗਲਤ ਸੀਗਾ, ਨਹੀਂ ਕਰ ਸਕਦੇ। ਬੁੱਕ ਵਾਲਾ ਹੀ ਠੀਕ ਆ ਰਾਜੇ। ਕਰੋਲਰੀ 1 ਆ ਜਿਹੜੀ, ਇਹ ਬੁੱਕ ਤੋਂ ਦੇਖ ਕੇ ਕਰ ਲਿਓ। ਇਹ ਕਹਿੰਦਾ ਮੰਨ ਲਓ A ਇਜ਼ ਰੀਅਲ ਸਿਮੈਟ੍ਰਿਕ। ਪਤਾ ਕੀ ਹੈ ਰਾਜੇ, ਜੇ ਮੈਂ ਟਰਾਂਸਪੋਜ਼ ਇੱਥੇ ਪਾ ਵੀ ਦਿੰਦਾ ਨਾ, ਤਾਂ ਪੰਗਾ ਇਹ ਪੈਂਦਾ
कि लैमडा के उत्ते कांजूगेट नहीं आना, तो जिन्ना टाइम कांजूगेट नहीं विच आउंदा ना आप शो नहीं कर सकते भी ये रीयल आ। होर कोई तरीका ही नहीं दींदा मैनू। ट्रांजूगेट ने कुछ दिता सी ना आपां नूं, समझ लगती है ना। तो वो कांजूगेट ने फिर कुछ देना, वो की सी कांजूगेट लैमडा का। तो इत्थे नहीं कर सकते जिवें मैं कहा सी बुक वाले वांगू ही करना पऊगा। ए इज़ अ रियल सिमेट्रिक मैट्रिक्स, ठीक है जी। जे रियल सिमेट्रिक मैट्रिक्स है, मतलब ये रियल आ। एक चीज़ देखो, ए का जे मैं ट्रांजूगेट करा, ट्रांसपोज का कांजूगेट करा, एक चीज़ देखो कांजूगेट का कोई असर होऊगा ये ते? कांजूगेट का असर क्यों होऊगा? क्योंकि ये एंट्रियां ही सारिया रियल आ। सो कांजूगेट तो गया, भावें ना ही लिखा मैं, कोई फायदा ही नहीं होता। ट्रांसपोज कला रह गया। पर ए का ट्रांसपोज किहदे बराबर आ? ए दे, क्योंकि वह की आ सिमेट्रिक। सो अल्टीमेटली ए थीटा इज इक्वल टू की हो गया ए, ਇਹਦਾ मतलब ए की हो गया हरमिशन। हरमिशन मैट्रिक्स बन गई ना ये। तो हरमिशन मैट्रिक्स दी आइजन वैल्यू की होंदियां रियल, आपां उपर प्रूव किया। सो इत्थे हुण इस तो बाद टू प्रूव कर दिओ आर्टिकल 8 सारा प्रूव करना तुसीं ओह जिहड़ा आपां उपर कीता। हुण जिवें ये देखो पिछले जिहड़ी थ्योरम सीगी, इस तो बाद जिहड़ी पहली लाइन आर्टिकल 8 तो बाद पहली लाइन किहड़ी होऊगी? ये लैट आयन वैल्यू। इत्थे मैं लिखूँगा लैट लैमडा बी दा आर्टिकल 8 स्टार्ट हो जाऊगा आयन वैल्यू ऑफ ए सच दैट ए थीटा की हो गया ए दे बराबर। फिर वही लाइन देर एग्जिस्ट ए नॉन जीरो। आ देखो देर एग्जिस्ट नॉन, तुहानूं हजे निक्के हो ना, हजे शुरू नहीं करना आउंदा। देर एग्जिस्ट नॉन जीरो आयन वैक्टर एक्स सच दैट ए एक्स इज इक्वल टू लैमडा एक्स। फिर है ना उस तो बाद वाला स्टैप की आ गया, आह ही एक्स ट्रांजूगेट नाल प्रोडक्ट कर देना। इदां ही चली जाना एंड ते की प्रूव हो गया सी? लैमडा इज इक्वल टू लैमडा कांजूगेट, हैंस प्रूव्ड। सो ये चीज़ तक तुसीं पहुँचना किवें? इत्थों ये लाइन पहली लिखनी है बुक वाले वांगू, उस तो बाद ए थीटा इज इक्वल टू ए शो करना। जदों शो हो गया आर्टिकल 8 चिपका देना, ठीक है। चलो सो ਇਹਦਾ मतलब अपने को ए रियल सिमेट्रिक सी, ਇਹਦੀਆਂ आयन वैल्यू की हो गई? ਇਹਦੀਆਂ भी रियल ही हो गई। उस तो बाद अगे चलिए करॉलरी 2 देखो। ये राजे करॉलरियां ना ਜਿਹੜੀਆਂ ਆਪਾਂ आए नहीं करनियां उई, मतलब है ना। जे मतलब उपरलियां थ्योरमां, करॉलरी का मतलब ही ये हुंदा भी उपरली थ्योरम प्रूव करके फिर करॉलरी पूरी करो। करॉलरी अधूरी हुंदी है। जे कल्ली करॉलरी करके तुसी आ गए पेपर च, ਤਾਂ ਤੁਹਾਡੇ नंबर भी अद्धे ही लगणगे। अद्धे भी नहीं लगने चाहिए, अद्धा ही लगना चाहिए। अद्धे तो ज़्यादा हो गए ना, अद्धा ही लगना चाहिए। देखो अगे की है, करैक्टरिस्टिक रूट्स ऑफ स्क्यू हरमिशन मैट्रिक्स की गल कर रहा है राजे। सब तो पहला ना एक चीज़ मेरे नाल डिस्कस करो भी प्योरली रियल नंबर किहड़े हुंदे आ ते प्योरली इमैजिनरी नंबर किहड़े हुंदे आ। प्योरली रियल ते प्योरली इमैजिनरी सोचो थोड़ा जा। प्योरली रियल नंबर हुंदे आ, इन्होंने की किया है प्योरली है ना, हाँ प्योरली रियल जिन्हां च ऑयटा नहीं हुंदा, विदाउट ऑयटा। जिवें एग्जाम्पल देवां 1 2 3 2.5 ਇਹ जी। प्योरली इमैजिनरी, प्योरली इमैजिनरी जिन्हां च रियल पार्ट नहीं हुंदा, मतलब 2 ऑयटा 3 ऑयटा 4 ऑयटा 3 ऑयटा, वो पहले भी लिखता सी। सो एक चीज़ मैं दसदा, 2 + 3 ऑयटा इज नॉट प्योरली रियल, ना यह प्योरली रियल आ, ना ही यह नीदर प्योरली रियल नॉर प्योरली इमैजिनरी। ना यह प्योरली इमैजिनरी आ, ना ही प्योरली रियल आ। एक कंपलैक्स नंबर बन गया, ठीक है। सो ये क्योंकि ये दोवें पार्ट हैगे आ ना, प्योरली रियल जिहदे इमैजिनरी पार्ट नहीं हुंदा, प्योरली इमैजिनरी जिहदे रियल पार्ट नहीं हुंदा। हुण स्टेटमेंट समझ लगूगी तुहानूं करॉलरी 2 दी। प्रूव दैट
prove that the characteristic roots of skew Hermitian ਤੇ ਆ ਗਿਆ ਹੁਣ skew Hermitian matrix A are either purely imaginary, ਸਮਝ ਲੱਗੀ purely imaginary ਕਿਹੇ ਜੀ, ਔਰ ਜ਼ੀਰੋ, ਜਾਂ ਜ਼ੀਰੋ ਹੋਊਗੀ ਜਾਂ ਪਿਓਰਲੀ ਇਮੈਜਨਰੀ ਆ ਜਾਂਦਾ। ਹੁਣ ਤੁਸੀਂ ਕਹੋਗੇ ਇੱਥੇ ਜ਼ੀਰੋ ਉਲਟਾ ਪਾ ਲੈਂਦੇ ਜੀ, ਅਤੇ ਇਹਨਾਂ 'ਚ ਜ਼ੀਰੋ ਵੀ ਲਿਖ ਲੈਂਦੇ। ਸੋ ਜ਼ੀਰੋ ਆ ਜਿਹੜਾ ਐਸਾ ਨੰਬਰ ਆ ਉਹ ਪਿਓਰਲੀ ਰੀਅਲ ਵੀ ਆ, ਪਿਓਰਲੀ ਇਮੈਜਨਰੀ ਵੀ ਆ, ਪਰ ਇੱਥੇ ਇਹਨਾਂ ਨੇ ਸੈਪਰੇਟ ਕਰਕੇ ਲਿਖਤਾ, ਜਾਣੀ ਕਿ ਆਇਨ ਵੈਲਿਊ ਆਪਾਂ ਇਹਦੀਆਂ ਚੈੱਕ ਕਰਨੀਆਂ ਕਿਹੇ ਜਿਹੀਆਂ। ਚਲੋ ਇਹ ਕੱਲ੍ਹ ਨੂੰ ਕਰਾਂਗੇ, 40 ਮਿੰਟ ਦਾ ਹੋ ਗਿਆ ਲੈਕਚਰ।